ਮੇਰਾ ਨਾਮ ਅਲੋਕ ਹੈ। ਮੈਂ ਆਪਣੇ ਮਾਤਾ-ਪਿਤਾ ਦਾ ਸਭ ਤੋਂ ਵੱਡਾ ਬੇਟਾ ਸੀ। ਮੈਂ ਸੁਣਿਆ ਸੀ ਕਿ ਪਹਿਲਾ ਬੱਚਾ ਮਾਂ-ਬਾਪ ਦਾ ਸਭ ਤੋਂ ਲਾਡਲਾ ਹੁੰਦਾ, ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਸੀ ਕਿਉਂਕਿ ਮੈਨੂੰ ਤਾਂ ਮੇਰੇ ਮਾਂ-ਬਾਪ ਨੇ ਬਸ ਬੱਚੇ ਸੰਭਾਲਣ ਦੇ ਲਈ ਪੈਦਾ ਕੀਤਾ ਸੀ। 8 ਸਾਲ ਦੀ ਉਮਰ ਵਿੱਚ ਮੇਰੀ ਮਾਂ ਨੇ ਛੋਟੇ ਭੈਣ ਭਰਾਵਾਂ ਨੂੰ ਮੇਰੇ ਹਵਾਲੇ ਕਰ ਦਿੱਤਾ। ਮੇਰੇ ਪਾਪਾ ਆਪਣੇ ਕਾਰੋਬਾਰ ਵਿੱਚ ਬਿਜ਼ੀ ਰਹਿੰਦੇ ਸੀ ਤੇ ਮੇਰੀ ਮਾਂ ਆਪਣੇ ਘਰ ਦੇ ਕੰਮਾਂ ਵਿੱਚ ਬਿਜ਼ੀ ਰਹਿੰਦੀ। ਮੇਰੀ ਮਾਂ ਦੇ ਜ਼ਿਆਦਾਤਰ ਕੰਮ ਬਾਹਰ ਉਸਦੇ ਪੇਕੇ ਪਿੰਡ ਹੀ ਹੁੰਦੇ ਸੀ। ਰੋਜ਼ ਮਾਂ ਨੂੰ ਘਰ ਦੇ ਬਾਹਰ ਜਾਂਦੇ ਹੀ ਦੇਖਦਾ ਸੀ ਤੇ ਉਸ ਗੱਲ ਤੇ ਰੋਜ਼ ਮੇਰੇ ਮਾਂ-ਬਾਪ ਦੀ ਲੜਾਈ ਹੁੰਦੀ ਸੀ। ਸਾਡੀ 3 ਭੈਣ ਭਰਾਵਾਂ ਦੀ ਇੱਕ ਭੈਣ ਸੀ। ਉਹ ਜਦੋਂ ਦੀ ਪੈਦਾ ਹੋਈ ਸੀ ਉਦੋਂ ਦੀ ਬਹੁਤ ਕਮਜ਼ੋਰ ਸੀ। 6 ਸਾਲ ਦੀ ਉਮਰ ਵਿੱਚ ਉਸ ਨੂੰ ਨਮੂਨੀਆ ਹੋ ਗਿਆ ਤੇ ਉਹ ਇਸ ਦੁਨੀਆ ਤੋਂ ਚਲੀ ਗਈ। ਮੈਂ ਆਪਣੀ ਭੈਣ ਦੇ ਇਸ ਦੁਨੀਆ ਤੋਂ ਜਾਣ ਤੇ ਬਹੁਤ ਰੋਇਆ ਸੀ ਕਿਉਂਕਿ ਉਹ ਮੇਰੇ ਤੋਂ ਛੋਟੀ ਸੀ। ਮੇਰੀ ਮਾਂ ਦਾ ਵਿਆਹ ਜ਼ਿਆਦਾ ਉਮਰ ਦੇ ਆਦਮੀ ਦੇ ਨਾਲ ਹੋਇਆ ਸੀ। ਮੇਰੇ ਪਾਪਾ ਦੀ ਉਮਰ ਮੇਰੀ ਮਾਂ ਤੋਂ ਕਾਫੀ ਜ਼ਿਆਦਾ ਵੱਡੀ ਸੀ ਤੇ ਮੇਰੀ ਮਾਂ ਨੇ ਮੇਰੇ ਪਾਪਾ ਨੂੰ ਕਦੇ ਸਵੀਕਾਰ ਨਹੀਂ ਕੀਤਾ ਸੀ। ਮੇਰੇ ਨਾਨਾ ਨਾਨੀ ਨੇ ਮੇਰੀ ਮੰਮੀ ਦਾ ਵਿਆਹ ਧੱਕੇ ਨਾਲ ਕਰ ਦਿੱਤਾ ਸੀ। ਉਹ ਇਸ ਗੱਲ ਦਾ ਬਦਲਾ ਸਾਡੇ ਭੈਣ ਭਰਾਵਾਂ ਤੋਂ ਲਿਆ ਕਰਦੀ ਸੀ। ਉਸਨੇ ਕਦੇ ਘਰ ਵੱਲ ਧਿਆਨ ਨਹੀਂ ਦਿੱਤਾ ਸੀ। ਮੇਰੀ ਮਾਂ ਦੀਆਂ ਹਰਕਤਾਂ ਨੂੰ ਦੇਖ ਕੇ ਮੈਨੂੰ ਔਰਤ ਜਾਤ ਤੋਂ ਨਫ਼ਰਤ ਹੁੰਦੀ ਸੀ। ਇੱਕ ਵਾਰ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਬਹੁਤ ਕੁੱਟਿਆ ਕਿ ਉਹ ਆਪਣੀ ਪਾਸਟ ਨੂੰ ਕਿਉਂ ਨਹੀਂ ਭੁੱਲ ਜਾਂਦੀ, ਪਰ ਮੇਰੀ ਮਾਂ ਚੁੱਪਚਾਪ ਬੈਠੀ ਕੁੱਟ ਖਾਂਦੀ ਰਹੀ। ਮੇਰੀ ਮਾਂ ਜਿਸ ਡੰਡੇ ਨਾਲ ਸਾਨੂੰ ਕੁੱਟਿਆ ਕਰਦੀ ਸੀ, ਮੇਰੇ ਪਾਪਾ ਨੇ ਉਸ ਡੰਡੇ ਨਾਲ ਮੇਰੀ ਮਾਂ ਨੂੰ ਕੁੱਟਿਆ, ਪਰ ਮੇਰੀ ਮਾਂ ਬਿਲਕੁਲ ਚੁੱਪ ਸੀ, ਬਸ ਹਲਕੀ ਜਿਹੀ ਮੁਸਕਰਾ ਰਹੀ ਸੀ ਤੇ ਉਸ ਦੀ ਮੁਸਕਰਾਹਟ ਦੇ ਨਾਲ ਪਾਪਾ ਨੂੰ ਕਿਹਾ ਸੀ ਕਿ ਮੈਂ ਤਾਂ ਉਸੇ ਦਿਨ ਮਰ ਗਈ ਸੀ ਜਦੋਂ ਤੇਰੇ ਵਰਗੇ ਇਨਸਾਨ ਨਾਲ ਮੇਰਾ ਵਿਆਹ ਹੋਇਆ ਸੀ ਅਤੇ ਮੇਰੇ ਮਾਂ-ਬਾਪ ਨੇ ਦੌਲਤ ਦੀ ਖਾਤਰ ਆਪਣੀ ਬੇਟੀ ਦੀ ਕੁਰਬਾਨੀ ਦੇ ਦਿੱਤੀ। ਮੇਰੇ ਮਾਂ-ਬਾਪ ਨੇ ਇਹ ਵੀ ਨਹੀਂ ਸੋਚਿਆ ਕਿ ਇੱਕ ਲੜਕੀ ਜਿਸ ਨੇ ਸਾਰੀ ਉਮਰ ਇੱਕ ਇਨਸਾਨ ਦੇ ਨਾਲ ਰਹਿਣਾ, ਉਹ ਉਸਦੀ ਪਸੰਦ ਦਾ ਨਹੀਂ, ਤਾਂ ਫਿਰ ਮੈਂ ਕਿਉਂ ਇਹਨਾਂ ਗੱਲਾਂ ਦਾ ਖਿਆਲ ਕਰਾਂ ਕਿ ਮੈਂ ਤੇਰੀ ਔਲਾਦ ਦਾ ਧਿਆਨ ਰੱਖਾਂ ਤੇ ਤੇਰੀ ਔਲਾਦ ਨੇ ਵੀ ਕੱਲ੍ਹ ਨੂੰ ਹਵਾਨ ਹੀ ਬਣਨਾ, ਕਿਉਂਕਿ ਇਹ ਗੱਲ ਤਾਂ ਪੱਕੀ ਹੈ ਕਿ ਇਹ ਸਭ ਤੇਰੇ ਤੇ ਹੀ ਜਾਣਗੇ। ਮੰਮੀ ਦੀ ਗੱਲ ਸੁਣ ਕੇ ਪਾਪਾ ਨੇ ਵੀ ਕਿਹਾ ਕਿ ਮੈਨੂੰ ਵੀ ਤੇਰੇ ਵਰਗੀ ਔਰਤ ਨਹੀਂ ਚਾਹੀਦੀ, ਜਿਸ ਨੂੰ ਨਾ ਤਾਂ ਆਪਣੇ ਆਦਮੀ ਦੀ ਪਰਵਾਹ ਹੈ ਤੇ ਨਾ ਹੀ ਬੱਚਿਆਂ ਦੀ। ਅੱਜ ਤੇਰੀ ਵਜ੍ਹਾ ਨਾਲ ਮੇਰੀ ਬੇਟੀ ਮਰ ਗਈ। ਤੂੰ ਮੇਰਾ ਘਰ, ਮੇਰੇ ਬੱਚੇ ਸਭ ਕੁਝ ਤਬਾਹ ਕਰਕੇ ਰੱਖ ਦਿੱਤੇ। ਇਸ ਗੱਲ ਦਾ ਬਦਲਾ ਲੈ ਰਹੀ ਹਾਂ ਮੇਰੇ ਤੋਂ। ਜਿੰਨੇ ਪੈਸੇ ਕਹਿੰਦੀ ਆ ਮੈਂ ਉਹਨੇ ਤੇਰੇ ਹੱਥ ਤੇ ਰੱਖ ਦਿੰਨਾ। ਜੋ ਤੈਨੂੰ ਕੋਈ ਚੀਜ਼ ਚਾਹੀਦੀ ਆ ਉਹ ਲਿਆ ਕੇ ਦਿੰਨਾ, ਫਿਰ ਵੀ ਤੂੰ ਮੇਰੇ ਬੱਚਿਆਂ ਨਾਲ ਅਜਿਹਾ ਕਰਦੀ ਆ। ਇੰਨਾ ਕਹਿ ਕੇ ਪਾਪਾ ਰੋਣ ਲੱਗੇ ਤੇ ਸਿਰ ਫੜ ਕੇ ਬੈਠ ਗਏ। ਪਤਾ ਨਹੀਂ ਅਜਿਹਾ ਕੀ ਹੋਇਆ ਸੀ ਕਿ ਪਾਪਾ ਕਹਿ ਰਹੇ ਸੀ ਕਿ ਤੂੰ ਮੇਰੀ ਇੱਜ਼ਤ, ਗੈਰਤ ਨੂੰ ਨਿਲਾਮ ਕਰ ਦਿੱਤੀ ਤੇ ਪਾਪਾ ਨੇ ਉਸ ਦਿਨ ਮੇਰੀ ਮਾਂ ਨੂੰ ਆਪਣੇ ਘਰੋਂ ਕੱਢ ਦਿੱਤਾ। ਅਸੀਂ 3 ਭਰਾ ਡਰੇ ਹੋਏ ਇੱਕ ਪਾਸੇ ਖੜੇ ਸੀ। ਮੈਂ ਹਮੇਸ਼ਾ ਆਪਣੇ ਘਰ ਵਿੱਚ ਲੜਾਈ ਝਗੜੇ ਦੇਖੇ ਸੀ, ਕਦੇ ਵੀ ਘਰ ਦਾ ਵਧੀਆ ਮਾਹੌਲ ਨਹੀਂ ਦੇਖਿਆ। ਫਿਰ ਕਦੇ ਦਾਦੀ ਸਾਡੇ ਕੋਲ ਆ ਜਾਂਦੀ ਤੇ ਕਦੇ ਭੂਆ। ਸਾਡੀ ਜ਼ਿੰਦਗੀ ਇਸ ਤਰ੍ਹਾਂ ਹੀ ਲੰਘ ਰਹੀ ਸੀ। ਹੌਲੀ-ਹੌਲੀ ਸਮਾਂ ਗੁਜ਼ਰ ਗਿਆ। ਮੈਨੂੰ ਆਪਣੀ ਜ਼ਿੰਦਗੀ ਦਾ ਇੱਕ ਹੋਰ ਝਟਕਾ ਉਦੋਂ ਲੱਗਿਆ ਜਦੋਂ ਮੇਰੇ ਪਾਪਾ ਨੇ ਦੂਜਾ ਵਿਆਹ ਕਰਾ ਲਿਆ। ਸਾਰੇ ਖਾਨਦਾਨ ਵਾਲੇ ਗੱਲਾਂ ਕਰਨ ਲੱਗੇ। ਆਪਣੀ ਔਲਾਦ ਤੇ ਸਿਰ ਦੇ ਸਿਹਰਾ ਬੰਨਣ ਦੀ ਥਾਂ ਆਪਣੇ ਬੰਨ੍ਹ ਲਿਆ। ਇੰਨੀ ਉਮਰ ਵਿੱਚ ਇਸ ਨੂੰ ਭੋਰਾ ਵੀ ਸ਼ਰਮ ਨਹੀਂ। ਮੈਂ ਉਸ ਵਕਤ ਕਾਫੀ ਸਮਝਦਾਰ ਹੋ ਚੁੱਕਿਆ ਸੀ। ਮੈਂ ਲੋਕਾਂ ਦੇ ਸਾਹਮਣੇ ਨਹੀਂ ਜਾ ਸਕਦਾ ਸੀ ਕਿਉਂਕਿ ਮੈਨੂੰ ਡਰ ਲੱਗਦਾ ਸੀ। ਪਾਪਾ ਨੇ ਦੂਜਾ ਵਿਆਹ ਕਰਕੇ ਬਹੁਤ ਵੱਡੀ ਗਲਤੀ ਕੀਤੀ ਆ। ਸੌਤੇਲੀ ਮਾਂ ਨੂੰ ਸਾਡੇ ਸਿਰ ਤੇ ਲਿਆ ਕੇ ਬਿਠਾ ਦਿੱਤਾ। ਇੱਕ ਦਿਨ ਮੈਂ ਪਾਪਾ ਨੂੰ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ, ਤਾਂ ਉਸਨੇ ਮੈਨੂੰ ਕੋਲ ਬਿਠਾ ਕੇ ਕਿਹਾ ਕਿ ਮੈਂ ਜੋ ਕੀਤਾ ਤੁਹਾਡੇ ਭਲੇ ਲਈ ਕੀਤਾ। ਮੈਨੂੰ ਆਪਣੀ ਮਾਂ ਤੇ ਭੈਣ ਦਾ ਪਹਿਲਾਂ ਹੀ ਪਤਾ। ਇਹ ਸਭ ਨੇ ਹਮੇਸ਼ਾ ਮੈਨੂੰ ਇੱਕ ਪੈਸੇ ਬਣਾਉਣ ਵਾਲੀ ਮਸ਼ੀਨ ਸਮਝਿਆ। ਮੈਂ ਹੁਣ ਤੱਕ ਇਹਨਾਂ ਦੇ ਚੱਕਰਾਂ ਵਿੱਚ ਹੀ ਕਮਾਉਂਦਾ ਰਿਹਾ। ਪਹਿਲਾਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਦਾ ਵਿਆਹ ਕੀਤਾ ਤੇ ਮੇਰੀ ਜਵਾਨੀ ਇਹਨਾਂ ਦੇ ਭੇਟ ਚੜ੍ਹ ਗਈ, ਪਰ ਮੈਨੂੰ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਕਿਉਂਕਿ ਮੈਂ ਇੱਕ ਕਮਜ਼ੋਰ ਆਦਮੀ ਸੀ। ਮੈਂ ਸਾਰਾ ਦਿਨ ਇਹਨਾਂ ਦੇ ਕੰਮ ਕਰੀ ਜਾਂਦਾ, ਪਰ ਇਹਨਾਂ ਨੂੰ ਮੇਰੀ ਕੋਈ ਫਿਕਰ ਨਹੀਂ ਸੀ। ਪਰ ਤੂੰ ਅਜਿਹਾ ਨਾ ਬਣੀ। ਤੂੰ ਆਪਣੇ ਫੈਸਲੇ ਖੁਦ ਲਈ।
ਤੂੰ ਇਹਨਾਂ ਦੀਆਂ ਗੱਲਾਂ ਵਿੱਚ ਨਾ ਆਈ। ਤੂੰ ਹੁਣ ਜਵਾਨ ਹੋ ਰਿਹਾ। ਤੇਰੀ ਦਾਦੀ ਨੇ ਮੇਰਾ ਕਿੰਨਾ ਚਿਰ ਨਾ ਵਿਆਹ ਨਾ ਕੀਤਾ। ਜੇ ਵਿਆਹ ਕੀਤਾ ਤਾਂ ਉਹ ਮੈਨੂੰ ਲਿਆ ਦਿੱਤੀ ਜੋ ਮੈਨੂੰ ਪਸੰਦ ਹੀ ਨਹੀਂ ਕਰਦੀ ਸੀ। ਮੈਂ ਹੁਣ ਆਪਣੀ ਮਰਜ਼ੀ ਕਰਾਂਗਾ। ਮੈਂ ਚੁੱਪ ਕਰਕੇ ਪਾਪਾ ਦੀਆਂ ਗੱਲਾਂ ਸੁਣ ਰਿਹਾ ਸੀ। ਵੈਸੇ ਵੀ ਮੈਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਸੀ। ਮਾਂ-ਬਾਪ ਆਪਣੀ ਖੁਦਗਰਜ਼ੀ ਵਿੱਚ ਆਪਣੇ ਬੱਚਿਆਂ ਦਾ ਬਹੁਤ ਨੁਕਸਾਨ ਕਰ ਜਾਂਦੇ ਆ, ਜਿਸ ਦਾ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਹੁੰਦਾ। ਪਰ ਮੇਰੇ ਮਾਂ-ਬਾਪ ਦੇ ਨਾਲ ਧੱਕਾ ਹੋਇਆ ਸੀ। ਉਹ ਅਗਾਹਾਂ ਸਾਡੇ ਨਾਲ ਧੱਕਾ ਕਰਦੇ ਸੀ। ਮੇਰੀ ਸਕੀ ਮਾਂ ਸਤੇਲੀ ਮਾਂ ਦੇ ਵਿੱਚ ਕੋਈ ਫਰਕ ਨਹੀਂ ਸੀ। ਸਾਡੀ ਸਕੀ ਮਾਂ ਵੀ ਸਾਨੂੰ ਸਾਰਾ ਦਿਨ ਗਾਲਾਂ ਕੱਢਦੀ ਤੇ ਸਤੇਲੀ ਮਾਂ ਵੀ ਸਾਡੇ ਬਾਪ ਦੇ ਪਿੱਛੋਂ ਇਹੀ ਕੁਝ ਕਰਦੀ। ਜਦੋਂ ਪਾਪਾ ਘਰ ਆ ਜਾਂਦੇ ਤੇ ਉਹਨਾਂ ਨੂੰ ਸਾਡੀਆਂ ਸ਼ਿਕਾਇਤਾਂ ਲਾਉਣ ਲੱਗ ਜਾਂਦੀ ਤੇ ਪਾਪਾ ਸਾਨੂੰ ਕੁੱਟਣ ਲੱਗ ਜਾਂਦੇ। ਹੁਣ ਮੈਨੂੰ ਅਹਿਸਾਸ ਹੋਣ ਲੱਗਿਆ ਕਿ ਔਰਤ ਜਾਤ ਇੱਕੋ ਜਿਹੀ ਹੁੰਦੀ ਆ। ਮੈਂ ਜਦੋਂ ਜਵਾਨ ਹੋਇਆ ਤਾਂ ਆਪਣੇ ਪਾਪਾ ਦੇ ਕਾਰੋਬਾਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਸਤੇਲੀ ਮਾਂ ਨੇ ਬਹੁਤ ਇਤਰਾਜ਼ ਕੀਤਾ, ਪਰ ਬਹੁਤ ਜਲਦੀ ਮੈਂ ਆਪਣੇ ਪੈਰਾਂ 'ਤੇ ਖੜਾ ਹੋ ਗਿਆ। ਮੇਰੀ ਸਕੀ ਮਾਂ ਪਤਾ ਨਹੀਂ ਕਿੱਥੇ ਜਾ ਚੁੱਕੀ ਸੀ। ਇੱਕ ਦਿਨ ਪਾਪਾ ਨੇ ਕਿਹਾ ਕਿ ਮੈਂ ਤੇਰਾ ਵਿਆਹ ਕਰਨਾ ਚਾਹੁੰਦਾ। ਤੇਰੀ ਉਮਰ ਹੋ ਗਈ ਆ। ਮੇਰੀ ਉਮਰ 25 ਸਾਲ ਦੀ ਸੀ ਤੇ ਵੈਸੇ ਵੀ ਬਚਪਨ ਦੀਆਂ ਬੁਰੀਆਂ ਯਾਦਾਂ ਮੇਰੇ ਦਿਮਾਗ ਵਿੱਚੋਂ ਜਾਣ ਦਾ ਨਾਂ ਨਹੀਂ ਲੈਂਦੀਆਂ ਸੀ। ਮੰਮੀ ਪਾਪਾ ਨੂੰ ਦੇਖ ਕੇ ਮੇਰਾ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ, ਕਿਉਂਕਿ ਮੈਂ ਉਹਨਾਂ ਨੂੰ ਹਮੇਸ਼ਾ ਲੜਦੇ ਹੀ ਦੇਖਿਆ ਸੀ। ਮੈਨੂੰ ਔਰਤ ਜਾਤ 'ਤੇ ਯਕੀਨ ਹੀ ਨਹੀਂ ਸੀ। ਮੈਨੂੰ ਔਰਤ ਜਾਤ ਤੋਂ ਨਫ਼ਰਤ ਹੋ ਚੁੱਕੀ ਸੀ। ਮੈਨੂੰ ਲੱਗਦਾ ਸੀ ਕਿ ਸਭ ਔਰਤਾਂ ਇੱਕੋ ਜਿਹੀਆਂ ਹੁੰਦੀਆਂ। ਪਹਿਲਾਂ ਮੇਰੀ ਸਕੀ ਮਾਂ, ਫਿਰ ਦਾਦੀ, ਫਿਰ ਭੂਆ ਤੇ ਫਿਰ ਸਤੇਲੀ ਮਾਂ, ਸਭ ਇੱਕੋ ਜਿਹੀਆਂ ਸੀ। ਮੈਨੂੰ ਆਪਣੀ ਮਾਂ ਨਾਲ ਇੰਨੀ ਕੁ ਨਫ਼ਰਤ ਸੀ ਕਿਉਂਕਿ ਮੇਰੀ ਸਕੀ ਮਾਂ ਨੇ ਮੇਰੇ ਪਾਪਾ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ। ਜੇ ਉਹ ਪਿਆਰ ਕਰਦੀ ਸੀ। ਇੱਕ ਦਿਨ ਮੇਰੀ ਦਾਦੀ ਅਤੇ ਭੂਆ ਨੇ ਮੇਰੀ ਸਕੀ ਮਾਂ ਬਾਰੇ ਇੰਨੀਆਂ ਕੁ ਗਲਤ ਗੱਲਾਂ ਕੀਤੀਆਂ ਕਿ ਜਿਸ ਨੂੰ ਸੁਣਨਾ ਮੇਰੇ ਬੱਸ ਵਿੱਚ ਨਹੀਂ ਸੀ ਅਤੇ ਮੈਂ ਉੱਠ ਕੇ ਬਾਹਰ ਆ ਗਿਆ। ਮੈਂ ਤਾਂ ਬਸ ਇਹੀ ਸਿੱਖਿਆ ਸੀ ਕਿ ਕਦੇ ਵੀ ਔਰਤ ਨੂੰ ਆਪਣੇ ਬਰਾਬਰ ਇੱਜ਼ਤ ਨਹੀਂ ਦੇਣੀ ਚਾਹੀਦੀ, ਵਰਨਾ ਉਹ ਆਦਮੀ ਦੇ ਸਿਰ 'ਤੇ ਜੁੱਤੀਆਂ ਮਾਰਦੀ ਆ। ਤੇ ਅੱਜ ਇਹ ਗੱਲ ਸੱਚ ਹੋ ਗਈ ਸੀ। ਮੇਰੀ ਮਾਂ ਨੇ ਇਹ ਕਹਾਵਤ ਸੱਚ ਕਰਕੇ ਦਿਖਾ ਦਿੱਤੀ ਸੀ। ਖੈਰ, ਫਿਰ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਪਾਪਾ ਨੇ ਇੱਕ ਦਿਨ ਆਪਣੇ ਦੋਸਤ ਦੀ ਬੇਟੀ ਨਾਲ ਮੇਰਾ ਰਿਸ਼ਤਾ ਕਰਨ ਲਈ ਆਖਿਆ, ਪਰ ਮੈਨੂੰ ਔਰਤ ਜਾਤ ਤੋਂ ਡਰ ਲੱਗਣ ਲੱਗਿਆ ਸੀ। ਮੈਂ ਪਾਪਾ ਨੂੰ ਸਾਫ਼ ਮਨਾ ਕਰ ਦਿੱਤਾ ਤੇ ਉਸ ਨੂੰ ਦੱਸਿਆ ਕਿ ਮੈਂ ਜ਼ਿੰਦਗੀ ਭਰ ਵਿਆਹ ਨਹੀਂ ਕਰਨਾ ਚਾਹੁੰਦਾ। ਪਾਪਾ ਨੇ ਪੁੱਛਿਆ ਕਿ ਕਿਸੇ ਲੜਕੀ ਨੂੰ ਪਸੰਦ ਕਰਦਾ, ਤਾਂ ਮੈਂ ਦੱਸ ਦਿੱਤਾ ਕਿ ਅਜਿਹੀ ਕੋਈ ਗੱਲ ਨਹੀਂ। ਮਾਂ ਨੇ ਜੋ ਆਪਣੇ ਨਾਲ ਕੀਤਾ ਮੈਂ ਉਹੀ ਨਹੀਂ ਭੁਲਾ ਸਕਦਾ। ਹਰ ਔਰਤ ਵਿੱਚ ਮੈਨੂੰ ਆਪਣੀ ਮਾਂ ਦੀ ਪਰਛਾਈ ਦਿਖਾਈ ਦਿੰਦੀ ਸੀ। ਮੇਰੀ ਗੱਲ ਸੁਣ ਕੇ ਪਾਪਾ ਨੇ ਕਿਹਾ ਕਿ ਮੈਂ ਜਿਸ ਕੁੜੀ ਨਾਲ ਤੇਰਾ ਵਿਆਹ ਕਰਨਾ ਚਾਹੁੰਦਾ ਉਹ ਬਹੁਤ ਹੀ ਸੁਲਝੀ ਹੋਈ ਲੜਕੀ ਆ ਤੇ ਇੱਕ ਬਹੁਤ ਵੱਡੇ ਖਾਨਦਾਨ ਵਿੱਚੋਂ ਆ। ਤੇਰੀ ਮਾਂ ਦੀ ਤਰ੍ਹਾਂ ਨਹੀਂ ਬੇਵਫਾ ਤੇ ਭੁੱਖੇ ਨੰਗੇ ਖਾਨਦਾਨ ਵਿੱਚੋਂ, ਜਿਸ ਨੇ ਕਦੇ ਪੈਸਾ ਨਹੀਂ ਦੇਖਿਆ ਸੀ। ਮੈਂ ਪਾਪਾ ਦੇ ਚਿਹਰੇ ਵੱਲ ਹੈਰਾਨੀ ਨਾਲ ਦੇਖ ਰਿਹਾ ਸੀ ਤੇ ਮੇਰਾ ਦਿਲ ਕਹਿ ਰਿਹਾ ਸੀ ਕਿ ਪਾਪਾ ਬੇਕਸੂਰ ਸੀ, ਜਿਸ ਮਾਂ ਨੇ ਆਪਣੇ ਘਰ ਨੂੰ ਨਹੀਂ ਦੇਖਿਆ। ਖੈਰ, ਇਸ ਤਰ੍ਹਾਂ ਕਰਾ ਕੇ ਪਾਪਾ ਨੇ ਮੇਰਾ ਵਿਆਹ ਕਰ ਦਿੱਤਾ। ਮੈਂ ਬਹੁਤ ਚੁੱਪਚਾਪ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਪਤਨੀ ਵੀ ਜ਼ਰੂਰ ਕਿਸੇ ਹੋਰ ਨੂੰ ਪਸੰਦ ਕਰਦੀ ਹੋਵੇਗੀ। ਉਸ ਦੇ ਘਰ ਵਾਲਿਆਂ ਨੇ ਜ਼ਬਰਦਸਤੀ ਮੇਰੇ ਨਾਲ ਵਿਆਹ ਕਰ ਦਿੱਤਾ ਹੋਵੇਗਾ। ਫਿਰ ਉਹ ਮੇਰੇ ਨਾਲ ਵੀ ਉਹੀ ਕਰੇਗੀ ਜੋ ਮੇਰੀ ਮਾਂ ਨੇ ਮੇਰੇ ਬਾਪ ਨਾਲ ਕੀਤਾ ਸੀ। ਤੇ ਇੱਕ ਮੇਰੀ ਭੂਆ ਸੀ ਜਿਸ ਨੇ ਆਪਣਾ ਘਰ ਨਹੀਂ ਵਸਾਇਆ ਸੀ। ਨਾ ਜਾਣੇ ਰੁੱਸ ਕੇ ਕਦੋਂ ਦੀ ਆਪਣੇ ਪੇਕੇ ਘਰ ਬੈਠੀ ਹੋਈ ਸੀ। ਮੇਰਾ ਵਿਆਹ ਰਾਵੀ ਨਾਲ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਹੀ ਮੇਰੇ ਨਾਲ ਚੰਗੀ ਤਰ੍ਹਾਂ ਹਰ ਸਮੇਂ ਚੁੱਪ ਰਹਿੰਦੀ ਸੀ। ਜਦੋਂ ਇੱਕ ਦਿਨ ਮੈਂ ਪੁੱਛਿਆ ਤਾਂ ਉਸਨੇ ਕਿਹਾ ਮੈਨੂੰ ਥੋੜਾ ਸਮਾਂ ਚਾਹੀਦਾ। ਮੈਂ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੇਰੇ ਬਹੁਤ ਸਾਰੇ ਸੁਪਨੇ ਸੀ ਜੋ ਅਧੂਰੇ ਰਹਿ ਗਏ। ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਪਤਨੀ ਆ, ਜਿਵੇਂ ਚਾਹੇਗੀ ਉਵੇਂ ਹੀ ਹੋਵੇਗਾ, ਬਸ ਮੈਨੂੰ ਕਦੇ ਧੋਖਾ ਨਾ ਦੇਵੀਂ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ। ਉਸ ਦੀ ਖਾਮੋਸ਼ੀ ਮੈਨੂੰ ਕਿਸੇ ਸ਼ੱਕ ਵਿੱਚ ਪਾ ਰਹੀ ਸੀ। ਮੈਂ ਵਿਆਹ ਨੂੰ 3 ਮਹੀਨੇ ਹੋ ਗਏ ਸੀ। ਮੈਨੂੰ ਹਮੇਸ਼ਾ ਇਹੀ ਲੱਗਦਾ ਸੀ ਕਿ ਉਸਨੇ ਆਪਣੇ ਆਪ ਨੂੰ ਮਜਬੂਰੀ ਵਿੱਚ ਮੈਨੂੰ ਸੌਂਪ ਰੱਖਿਆ। ਉਸ ਦੇ ਬੋਲਣ ਦਾ ਅੰਦਾਜ਼ ਵੀ ਉਖੜਿਆ ਰਹਿੰਦਾ ਸੀ। ਮੈਂ ਹੀ ਸੋਚ ਕੇ ਖੁਦ ਨੂੰ ਤਸੱਲੀ ਦਿੰਦਾ ਕਿ ਲੜਕੀ ਨੂੰ ਆਪਣਾ ਘਰ ਛੱਡ ਕੇ ਆਉਣਾ ਕੋਈ ਆਸਾਨ ਨਹੀਂ ਹੁੰਦਾ।
ਹੋ ਸਕਦਾ ਉਸਦਾ ਆਪਣੇ ਮਾਂ-ਬਾਪ ਬਿਨਾਂ ਦਿਲ ਨਾ ਲੱਗਦਾ ਹੋਵੇ। ਇਸ ਤਰ੍ਹਾਂ ਕਰਦੀ ਹੋਵੇ, ਹੌਲੀ-ਹੌਲੀ ਇਸ ਦਾ ਰਵੱਈਆ ਠੀਕ ਹੋ ਜਾਊਗਾ। ਪਰ ਕੁਝ ਸਮੇਂ ਬਾਅਦ ਕਾਇਆ ਪਲਟ ਹੋ ਗਈ। ਉਹ ਮੇਰੇ ਅੱਗੇ ਪਿੱਛੇ ਘੁੰਮਣ ਲੱਗੀ, ਮੇਰੀ ਇੱਕ ਆਵਾਜ਼ 'ਤੇ ਭੱਜ ਕੇ ਆਉਂਦੀ। ਮੈਂ ਸਮਝ ਨਾ ਸਕਿਆ ਕਿ ਉਹ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੀ ਆ। ਇੱਕ ਦਿਨ ਉਸਨੇ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਆ, ਪਰ ਉਹਦੇ ਚਿਹਰੇ 'ਤੇ ਖੁਸ਼ੀ ਨਹੀਂ ਸੀ ਤੇ ਅਚਾਨਕ ਉਸ ਦਿਨ ਮੇਰੀ ਸਿਹਤ ਖਰਾਬ ਹੋਣ ਲੱਗੀ। ਮੈਂ ਡਾਕਟਰ ਕੋਲ ਗਿਆ ਤਾਂ ਉਸਨੇ ਦੱਸਿਆ ਕਿ ਕੋਈ ਨਸ਼ੀਲੀ ਚੀਜ਼ ਖਾਧੀ ਹੋਵੇਗੀ। ਮੈਂ ਡਾਕਟਰ ਦੀ ਇਹ ਗੱਲ ਸੁਣ ਕੇ ਹੈਰਾਨ ਸੀ ਕਿ ਮੈਂ ਕਦੇ ਅਜਿਹਾ ਕੁਝ ਨਹੀਂ ਖਾਧਾ ਸੀ। ਮੇਰਾ ਸ਼ੱਕ ਆਪਣੀ ਪਤਨੀ 'ਤੇ ਗਿਆ, ਪਰ ਮੈਨੂੰ ਆਪਣੇ ਆਉਣ ਵਾਲੇ ਬੱਚੇ ਦੀ ਫਿਕਰ ਸਤਾਉਣ ਲੱਗੀ, ਕਿਉਂਕਿ ਜਿਹੜੀਆਂ ਦੁੱਖ ਤਕਲੀਫਾਂ ਵਾਲਾ ਬਚਪਨ ਮੈਂ ਦੇਖਿਆ ਸੀ, ਉਹੀ ਹਾਲਾਤ ਦਾ ਸਾਹਮਣਾ ਹੁਣ ਮੇਰੇ ਬੱਚੇ ਨੂੰ ਵੀ ਕਰਨਾ ਪਵੇਗਾ। ਮੇਰੇ ਮਨ ਵਿੱਚ ਖਿਆਲ ਆਇਆ ਕਿ ਮੇਰਾ ਬੱਚਾ ਪੈਦਾ ਹੀ ਨਾ ਹੋਵੇ, ਕਿਉਂਕਿ ਜਦੋਂ ਦਾ ਮੈਨੂੰ ਡਾਕਟਰ ਨੇ ਦੱਸਿਆ ਸੀ ਕਿ ਤੈਨੂੰ ਕਿਸੇ ਚੀਜ਼ ਦੇ ਜ਼ਰੀਏ ਨਸ਼ੀਲੀ ਦਵਾਈ ਦਿੱਤੀ ਜਾਂਦੀ ਆ, ਤਾਂ ਮੈਂ ਬਹੁਤ ਡਰ ਗਿਆ ਸੀ। ਮੈਂ ਉਸ ਦਿਨ ਆਪਣੀ ਪਤਨੀ ਵੱਲੋਂ ਦਿੱਤਾ ਗਿਆ ਖਾਣਾ ਨਾ ਖਾਧਾ। ਮੈਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਮੈਂ ਉਸ ਨੂੰ ਕਿਸੇ ਨਾਲ ਗੱਲ ਕਰਦੇ ਸੁਣਿਆ। ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਉਹ ਸਭ ਨਾ ਹੋਵੇ ਜੋ ਮੇਰੇ ਪਾਪਾ ਮੇਰੀ ਮਾਂ ਨਾਲ ਕਰਦਾ ਸੀ। ਮੇਰੀ ਪਤਨੀ ਬੇਵਫਾ ਨਿਕਲੀ ਤੇ ਇੱਕ ਦਿਨ ਮੇਰਾ ਹੱਥ ਵੀ ਆਪਣੀ ਪਤਨੀ 'ਤੇ ਉੱਠ ਗਿਆ, ਕਿਉਂਕਿ ਮੇਰੀ ਪਤਨੀ ਵੀ ਕਿਸੇ ਹੋਰ ਨੂੰ ਪਸੰਦ ਕਰਦੀ ਸੀ। ਮੈਂ ਉਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, ਤੈਨੂੰ ਕੋਈ ਗਲਤਫਹਿਮੀ ਹੋਈ ਆ, ਤੇਰਾ ਤਾਂ ਦਿਮਾਗ ਹੀ ਗੰਦਾ ਹੋ ਚੁੱਕਿਆ, ਜੋ ਮੇਰੇ ਕਰੈਕਟਰ 'ਤੇ ਸ਼ੱਕ ਕਰ ਰਹੇ ਹੋ। ਜਾ ਕੇ ਕਿਸੇ ਡਾਕਟਰ ਨੂੰ ਦਿਖਾਓ, ਮੈਂ ਤੇਰੇ ਮਾਂ ਵਰਗੀ ਨਹੀਂ। ਉਸ ਗੱਲ 'ਤੇ ਮੇਰਾ ਗੁੱਸਾ ਅਸਮਾਨ ਨੂੰ ਛੂਹਣ ਲੱਗਿਆ। ਮੈਂ ਰਾਵੀ ਤੇ ਪਾਗਲਾਂ ਦੀ ਤਰ੍ਹਾਂ ਬੋਲ ਰਿਹਾ ਸੀ। ਜੇ ਉਸ ਸਮੇਂ ਮੇਰੀ ਇਸ ਹਾਲਤ ਨੂੰ ਕੋਈ ਦੇਖਦਾ ਤਾਂ ਮੈਨੂੰ ਜ਼ਰੂਰ ਪਾਗਲ ਕਰਾਰ ਕਰ ਦਿੰਦਾ। ਹੁਣ ਮੇਰਾ ਦਿਲੋਂ ਦਿਨ ਜ਼ੁਲਮ ਵੱਧਦਾ ਜਾਂਦਾ ਸੀ। ਮੈਂ ਆਪਣੀ ਪਤਨੀ ਤੋਂ ਮੋਬਾਈਲ ਖੋਹ ਲਿਆ, ਉਸ 'ਤੇ ਪੂਰੀ ਨਜ਼ਰ ਰੱਖਦਾ। ਹੌਲੀ-ਹੌਲੀ ਕਰਕੇ ਮੈਨੂੰ ਜ਼ਿੰਦਗੀ ਤੋਂ ਨਫ਼ਰਤ ਹੋਣ ਲੱਗੀ। ਮੇਰਾ ਦਿਲ ਕਰਦਾ ਕਿ ਮੈਂ ਮਰ ਜਾਵਾਂ। ਮੇਰੀ ਜ਼ਿੰਦਗੀ ਇੱਕ ਮਜ਼ਾਕ ਬਣ ਕੇ ਰਹਿ ਗਈ ਸੀ। ਮੈਂ ਆਪਣੇ ਪਾਪਾ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਹਾ ਸੀ ਮੈਨੂੰ ਔਰਤ ਦੇ ਜਾਤ 'ਤੇ ਬਿਲਕੁਲ ਵਿਸ਼ਵਾਸ ਨਹੀਂ। ਤੁਸੀਂ ਜ਼ਬਰਦਸਤੀ ਮੇਰਾ ਵਿਆਹ ਕਰਵਾ ਦਿੱਤਾ। ਮੇਰੇ ਪਾਪਾ ਨੇ ਕਿਹਾ ਕਿ ਤੈਨੂੰ ਵਹਿਮ ਦੀ ਬਿਮਾਰੀ ਹੋ ਗਈ ਆ, ਪਰ ਮੈਂ ਸੋਚ ਲਿਆ ਸੀ ਕਿ ਮੈਂ ਆਪਣੀ ਪਤਨੀ ਨੂੰ ਛੱਡ ਦੇਵਾਂਗਾ। ਅੱਜ ਇੱਕ ਬੱਚਾ ਪੈਦਾ ਹੋ ਰਿਹਾ ਤੇ ਕੱਲ੍ਹ ਨੂੰ ਹੋਰ ਹੋਣਗੇ, ਫਿਰ ਸਭ ਦੀ ਜ਼ਿੰਦਗੀ ਉਵੇਂ ਹੀ ਹੋ ਜਾਵੇਗੀ ਜਿਵੇਂ ਮੇਰੀ ਆ। ਮੇਰੇ ਪਾਪਾ ਨੇ ਕਿਹਾ ਕਿ ਇਸ ਬੱਚੇ ਦਾ ਕੀ ਕਸੂਰ ਆ, ਇਸ ਦੀ ਜ਼ਿੰਦਗੀ ਤਾਂ ਬਰਬਾਦ ਨਾ ਕਰ। ਤੈਨੂੰ ਲੱਗਦਾ ਕਿ ਤੇਰੀ ਪਤਨੀ ਗਲਤ ਆ, ਹੋ ਸਕਦਾ ਉਹ ਬੱਚਾ ਹੋਣ ਤੋਂ ਬਾਅਦ ਸੁਧਰ ਜਾਵੇ। ਤੂੰ ਆਪਣੀ ਪਤਨੀ ਨੂੰ ਇੱਕ ਮੌਕਾ ਹੋਰ ਦੇ ਦੇ। ਮੈਂ ਪਾਪਾ ਦੇ ਕਹਿਣ 'ਤੇ ਉਸ ਨੂੰ ਇੱਕ ਮੌਕਾ ਦੇ ਦਿੱਤਾ। ਕੁਝ ਟਾਈਮ ਬਾਅਦ ਸਾਡੇ ਇੱਕ ਬੱਚੀ ਨੇ ਜਨਮ ਲਿਆ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੇਰੀ ਪਤਨੀ ਉਸ ਬੱਚੀ ਨੂੰ ਪੈਦਾ ਕਰਦੇ ਸਮੇਂ ਆਪਣੀ ਜਾਨ ਤੋਂ ਹੱਥ ਧੋ ਬੈਠੀ ਤੇ ਮਰਨ ਤੋਂ ਪਹਿਲਾਂ ਉਸਨੇ ਡਾਕਟਰ ਨੂੰ ਕਿਹਾ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਮੇਰੀ ਬੱਚੀ ਨੂੰ ਅਨਾਥ ਆਸ਼ਰਮ ਵਿੱਚ ਦੇ ਦਿਓ, ਮੇਰੇ ਪਤੀ ਨੂੰ ਕਦੇ ਨਾ ਦਿਓ। ਜਦੋਂ ਮੈਂ ਆਪਣੀ ਬੇਟੀ ਨੂੰ ਦੇਖਿਆ ਤਾਂ ਮੇਰੇ ਦਿਲ ਵਿੱਚ ਉਸ ਦੇ ਲਈ ਮੁਹੱਬਤ ਜਾਗ ਪਈ। ਮੈਂ ਆਪਣੀ ਪਤਨੀ ਤੋਂ ਮਾਫ਼ੀ ਮੰਗਣਾ ਚਾਹੁੰਦਾ ਸੀ ਤੇ ਹੁਣ ਆਪਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ, ਪਰ ਆਪਣੀ ਬੱਚੀ ਦੀ ਖਾਤਰ। ਪਰ ਇਸ ਤੋਂ ਪਹਿਲਾਂ ਹੀ ਉਹ ਮੈਨੂੰ ਛੱਡ ਕੇ ਜਾ ਚੁੱਕੀ ਸੀ। ਮੈਂ ਉਸ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਇੰਨਾ ਬੁਰਾ ਵੀ ਨਹੀਂ, ਪਰ ਉਹ ਮੈਨੂੰ ਜਾਣ-ਬੁੱਝ ਕੇ ਗੁੱਸਾ ਦਿਵਾਉਂਦੀ ਸੀ, ਜਿਸ ਦੇ ਨਾਲ ਮੇਰਾ ਹੱਥ ਉਸ ਉੱਪਰ ਉੱਠ ਜਾਂਦਾ ਸੀ। ਕੋਈ ਵੀ ਮਰਦ ਔਰਤ ਦੀ ਬੇਵਫਾਈ ਬਰਦਾਸ਼ਤ ਨਹੀਂ ਕਰ ਸਕਦਾ। ਉਹ ਤਾਂ ਫਿਰ ਵੀ ਮੇਰੀ ਪਤਨੀ ਸੀ, ਮੇਰੇ ਨਾਲ ਧੋਖਾ ਕਰ ਰਹੀ ਸੀ। ਮੈਨੂੰ ਖਾਣੇ ਵਿੱਚ ਨੀਂਦ ਦੀ ਦਵਾਈ ਮਿਲਾ ਕੇ ਖਵਾਉਂਦੀ ਰਹੀ। ਮੈਂ ਰੋ ਰਿਹਾ ਸੀ, ਡਾਕਟਰ ਮੇਰੀ ਬੇਟੀ ਨਹੀਂ ਦੇ ਰਿਹਾ ਸੀ। ਤਾਂ ਮੈਂ ਬੇਟੀ ਨੂੰ ਉਠਾ ਕੇ ਹਸਪਤਾਲ ਵਿੱਚੋਂ ਭੱਜ ਗਿਆ ਤੇ ਉਸ ਦਿਨ ਕਿਸੇ ਨੂੰ ਵੀ ਦੱਸੇ ਬਗੈਰ ਦੂਜੇ ਸ਼ਹਿਰ ਆ ਗਿਆ। ਮੈਨੂੰ ਡਰ ਸੀ ਕਿ ਕੋਈ ਮੇਰੀ ਬੇਟੀ ਨਾ ਖੋਹ ਲਵੇ। ਮੈਨੂੰ ਆਪਣੀ ਬੇਟੀ ਨਾਲ ਬਹੁਤ ਮੁਹੱਬਤ ਸੀ। ਮੈਂ ਉਸ ਸ਼ਹਿਰ ਵਿੱਚ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਗਿਆ। ਮੈਂ ਕੰਮ 'ਤੇ ਜਾਂਦਾ ਤੇ ਆਪਣੀ ਬੱਚੀ ਦੇ ਲਈ ਇੱਕ ਬੁੱਢੀ ਔਰਤ ਉਸ ਦੀ ਦੇਖਭਾਲ ਲਈ ਰੱਖ ਲਈ। ਉਹ ਹਰ ਵਕਤ ਮੇਰੀ ਬੇਟੀ ਦਾ ਖਿਆਲ ਰੱਖਦੀ। ਜਦੋਂ ਮੇਰੀ ਬੇਟੀ 4 ਸਾਲ ਦੀ ਹੋਈ ਤਾਂ ਉਹ ਬੁੱਢੀ ਔਰਤ ਦੀ ਮੌਤ ਹੋ ਗਈ। ਮੈਂ ਖੁਦ ਇਕੱਲਾ ਹੀ ਆਪਣੀ ਬੇਟੀ ਨੂੰ ਸੰਭਾਲਣ ਲੱਗਾ, ਉਸ ਨੂੰ ਘਰ ਦੇ ਅੰਦਰ ਹੀ ਰੱਖਦਾ, ਉਸ ਦੀ ਸਕੂਲ ਜਾਣ ਦੀ ਤਰ੍ਹਾਂ। ਜਦੋਂ ਉਮਰ ਹੋਈ ਤਾਂ ਮੈਂ ਖੁਦ ਹੀ ਉਸ ਨੂੰ ਘਰੇ ਪੜ੍ਹਾਉਣ ਲੱਗ ਗਿਆ।
ਮੈਂ ਉਸ ਨੂੰ ਬਾਹਰ ਦੀ ਦੁਨੀਆ ਹੀ ਨਾ ਦਿਖਾਈ। ਬਸ ਘਰ ਵਿੱਚ ਹੀ ਉਹ ਖਿਡੌਣਿਆਂ ਨਾਲ ਖੇਡਦੀ ਰਹਿੰਦੀ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਬੇਟੀ ਮੈਨੂੰ ਛੱਡ ਕੇ ਇਸ ਬੇਰਹਿਮ ਦੁਨੀਆ ਦਾ ਹਿੱਸਾ ਬਣੇ। ਸ਼ਾਇਦ ਲੋਕ ਮੈਨੂੰ ਦਿਮਾਗੀ ਮਰੀਜ਼ ਸਮਝਦੇ ਹੋਣ, ਪਰ ਮੈਂ ਅਜਿਹਾ ਨਹੀਂ ਸੀ। ਜਿਵੇਂ ਜਿਵੇਂ ਮੇਰੀ ਬੇਟੀ ਵੱਡੀ ਹੋ ਰਹੀ ਸੀ, ਮੇਰੇ ਅੰਦਰ ਡਰ ਵੀ ਵੱਧਦਾ ਜਾ ਰਿਹਾ ਸੀ। ਮੈਂ ਬਾਹਰ ਕੰਮ ਤੇ ਜਾਣ ਲੱਗਿਆ, ਆਪਣੀ ਬੇਟੀ ਨੂੰ ਬਾਹਰੋਂ ਲੌਕ ਕਰ ਜਾਂਦਾ। ਘਰ ਦੇ ਸਾਰੇ ਕੰਮ ਮੈਂ ਹੀ ਕਰਦਾ। ਮੇਰੀ ਬੇਟੀ 15 ਸਾਲ ਦੀ ਹੋ ਚੁੱਕੀ ਸੀ। ਹੁਣ ਮੈਂ ਨੋਟਿਸ ਕਰਦਾ ਕਿ ਜਦੋਂ ਮੈਂ ਘਰ ਆਉਂਦਾ ਤਾਂ ਮੇਰੀ ਬੇਟੀ ਸਾਰੇ ਘਰ ਦੇ ਕੰਮ ਕਰ ਲੈਂਦੀ। ਮੈਨੂੰ ਘਰ ਵਿੱਚ ਖਾਣਾ ਬਣਿਆ ਹੋਇਆ ਮਿਲਦਾ ਤੇ ਮੇਰੀ ਬੇਟੀ ਅੰਦਰ ਬੈਠੀ ਖਿਡੌਣਿਆਂ ਨਾਲ ਗੱਲਾਂ ਕਰ ਰਹੀ ਹੁੰਦੀ। ਕਦੇ-ਕਦੇ ਮੈਨੂੰ ਆਪਣੀ ਬੇਟੀ ਤੇ ਤਰਸ ਵੀ ਆਉਂਦਾ। ਉਸ ਨੂੰ ਮੈਂ ਇਸ ਘਰ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ। ਮੇਰੀ 15 ਸਾਲ ਦੀ ਬੇਟੀ ਨੇ ਪੂਰਾ ਘਰ ਸੰਭਾਲ ਲਿਆ ਸੀ। ਮੈਨੂੰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ। ਮੈਂ ਸੋਚਦਾ ਕਿ ਜੇ ਮੇਰੀ ਜ਼ਿੰਦਗੀ ਵਿੱਚ ਮੇਰੀ ਬੇਟੀ ਨਾ ਹੁੰਦੀ ਤਾਂ ਕਦੋਂ ਦਾ ਖਤਮ ਹੋ ਚੁੱਕਿਆ ਹੁੰਦਾ। ਹੌਲੀ-ਹੌਲੀ ਕਰਕੇ ਮੈਂ ਉਸ ਨੂੰ ਘਰੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਪਰ ਫਿਰ ਵੀ ਮੇਰੇ ਦਿਮਾਗ ਵਿੱਚ ਮੇਰੀ ਬੇਟੀ ਦੇ ਲਈ ਸ਼ੱਕ ਰਹਿੰਦਾ ਕਿ ਕਿਤੇ ਉਹ ਕੁਝ ਗਲਤ ਨਾ ਕਰ ਰਹੀ ਹੋਵੇ, ਕੋਈ ਘਰ ਦੇ ਅੰਦਰ ਨਾ ਆਉਂਦਾ ਹੋਵੇ। ਹਾਲਾਂਕਿ ਮੇਰੀ ਬੇਟੀ ਕਦੇ ਕੁਝ ਨਹੀਂ ਕਰਦੀ ਸੀ, ਪਰ ਮੈਨੂੰ ਉਸ ਨੂੰ ਦੇਖ ਕੇ ਬੜੀ ਹੀ ਘਬਰਾਹਟ ਹੁੰਦੀ ਰਹਿੰਦੀ। ਜੇ ਕੁਝ ਗਲਤ ਕਰ ਲਿਆ ਤਾਂ ਮੇਰਾ ਕੀ ਬਣੂ? ਇੱਕ ਦਿਨ ਮੇਰੀ ਬੇਟੀ ਨੇ ਮੈਨੂੰ ਪੁੱਛਿਆ ਕਿ ਪਾਪਾ, ਤੁਸੀਂ ਇਸ ਤਰ੍ਹਾਂ ਅਜੀਬ-ਅਜੀਬ ਗੱਲਾਂ ਕਿਉਂ ਕਰਦੇ ਰਹਿੰਦੇ ਹੋ? ਤਾਂ ਮੈਂ ਉਸ ਨੂੰ ਆਪਣੀ ਪੁਰਾਣੀ ਬੀਤੀ ਹੋਈ ਲਾਈਫ ਬਾਰੇ ਦੱਸਿਆ। ਸਾਰਾ ਕੁਝ ਦੱਸਣ ਤੋਂ ਬਾਅਦ ਉਹ ਮੈਨੂੰ ਇੱਕ ਡਾਕਟਰ ਕੋਲ ਲੈ ਗਈ। ਮੈਂ ਮਨਾ ਕਰ ਰਿਹਾ ਸੀ, ਪਰ ਆਪਣੀ ਬੇਟੀ ਦਾ ਮੰਨਣਾ ਕਿਵੇਂ ਟਾਲ ਸਕਦਾ ਸੀ? ਜਦੋਂ ਮੈਨੂੰ ਡਾਕਟਰ ਨੇ ਪੁੱਛਿਆ ਕਿ ਤੈਨੂੰ ਕੀ ਹੋਇਆ, ਤਾਂ ਮੈਂ ਕਿਹਾ ਮੈਨੂੰ ਕੁਝ ਨਹੀਂ ਹੋਇਆ, ਮੇਰੀ ਬੇਟੀ ਬਸ ਮੈਨੂੰ ਧੱਕੇ ਨਾਲ ਲੈ ਆਈ ਆ। ਉਸ ਡਾਕਟਰ ਨੇ ਮੈਨੂੰ ਗੱਲਾਂ-ਗੱਲਾਂ ਵਿੱਚ ਸਵਾਲ ਪੁੱਛੇ ਤਾਂ ਉਸ ਨੇ ਕਿਹਾ ਕਿ ਤੂੰ ਇੱਕ ਮਾਨਸਿਕ ਰੋਗੀ ਹੋ ਚੁੱਕਿਆ। ਤੈਨੂੰ ਇਸ ਇਲਾਜ ਦੀ ਬਹੁਤ ਪਹਿਲਾਂ ਤੋਂ ਜ਼ਰੂਰਤ ਸੀ। ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ, ਤੂੰ ਹੌਲੀ-ਹੌਲੀ ਠੀਕ ਹੋ ਜਾਵੇਂਗਾ। ਮੈਂ ਉਸ ਡਾਕਟਰ ਤੋਂ ਦਵਾਈ ਲਈ। ਉਸ ਦਵਾਈ ਨਾਲ ਮੈਨੂੰ ਕਾਫੀ ਜ਼ਿਆਦਾ ਫਰਕ ਪੈ ਗਿਆ। ਮੈਂ ਹਾਲੇ ਵੀ ਆਪਣੀ ਬੇਟੀ ਤੇ ਸ਼ੱਕ ਕਰਦਾ ਸੀ, ਪਰ ਬਹੁਤ ਘੱਟ। ਇਹ ਸਭ ਮੇਰੀ ਮਾਂ ਤੋਂ ਸ਼ੁਰੂ ਹੋਇਆ ਸੀ ਤੇ ਮੇਰੀ ਬੇਟੀ ਤੇ ਆ ਕੇ ਖਤਮ ਕਰ ਦਿੱਤਾ। ਸੋ ਦੋਸਤੋ, ਸਿਆਣੇ ਕਹਿੰਦੇ ਆ ਕਿ ਸ਼ੱਕ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ। ਇਹ ਸਹੀ ਨਹੀਂ। ਸ਼ੱਕ ਦੀ ਇੱਕ ਬਹੁਤ ਭੈੜੀ ਬਿਮਾਰੀ ਆ। ਇਹ ਜਿਸ ਨੂੰ ਲੱਗ ਜਾਵੇ ਉਹੀ ਜਾਣੇ। ਪਰ ਜੇ ਮੇਰੀ ਬੇਟੀ ਨਾ ਹੁੰਦੀ ਤਾਂ ਮੈਂ ਸ਼ਾਇਦ ਕਦੇ ਠੀਕ ਨਾ ਹੁੰਦਾ। ਕੁਝ ਮਾਨਸਿਕ ਬਿਮਾਰੀਆਂ ਅਜਿਹੀਆਂ ਹੁੰਦੀਆਂ ਜਿਸ ਨਾਲ ਆਪਣੇ ਸਰੀਰ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਕਈ ਧਾਰਨਾਵਾਂ ਇਹੋ ਜਿਹੀਆਂ ਹੁੰਦੀਆਂ ਜੋ ਦਿਮਾਗ ਵਿੱਚ ਬੈਠ ਜਾਣ ਤੇ ਨਿਕਲਣ ਦਾ ਨਾਮ ਨਹੀਂ ਲੈਂਦੀਆਂ। ਇਹ ਡਾਕਟਰ ਦੀ ਮਦਦ ਅਤੇ ਮੇਰੀ ਬੇਟੀ ਦੇ ਸਹਿਯੋਗ ਨਾਲ ਮੈਂ ਠੀਕ ਹੋ ਗਿਆ। ਪਰ ਮੇਰੀ ਮਾਂ ਅਤੇ ਮੇਰੀ ਪਤਨੀ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਸੀ, ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਆਪਣੀ ਬੇਟੀ ਦੀ ਜ਼ਿੰਦਗੀ ਵੀ ਖਰਾਬ ਕਰਨ ਤੇ ਤੁਲਿਆ ਹੋਇਆ ਸੀ।